अस्सलाम वालेकुम जी, सब ਨੂੰ ਵਾਰਮ ਵੈਲਕਮ ਸਾਡੇ ਚੈਨਲ ਤੇ। ਜਿਨ੍ਹਾਂ ਲੋਕਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ, ਲਾਈਕ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਨੂੰ ਮਿਲਦੀ ਰਹੇ। ਇਹ ਵੀਡੀਓ ਜਿਹੜੀ ਹੈ ਕਿ ਜਿਹੜੇ ਵੀ ਲੋਕ ਇੰਟਰਨੈਸ਼ਨਲ ਸਫ਼ਰ ਕਰਦੇ ਨੇ, ਇੰਟਰਨੈਸ਼ਨਲ ਪੈਸੇਂਜਰ ਨੇ, ਇਹਨਾਂ ਵਾਸਤੇ ਇੰਪੋਰਟੈਂਟ ਹੈ ਕਿ ਕਿਹੜੀ ਚੀਜ਼ ਉਹ ਆਪਣੇ ਬੈਗ 'ਚ ਲੈ ਕੇ ਜਾ ਸਕਦੇ ਨੇ ਔਰ ਕਿਹੜੀ ਚੀਜ਼ ਉਹ ਆਪਣੇ ਬੈਗ 'ਚ ਨਹੀਂ ਲੈ ਕੇ ਜਾ ਸਕਦੇ ਹਨ। ਖਾਸ ਕਰਕੇ हैंड कैरी उसका वज़न कितना होना चाहिए है, उसका साइज़ कितना होना चाहिए है ताकि तुसी उसनू आसानी दे नाल एयरपोर्ट लैके मूव कर सको। और किहड़ियां चीज़ां सानू उहदे च रखनियां चाहिदियां ने ताकि सानू सिक्योरिटी जो चैकिंग होवे सानू उहदे विच मसला ना बने। खास करके इंटरनेशनल लैवल ते किहड़ी चीज़ ज़्यादा खतरनाक है, किहड़ी चीज़ कम खतरनाक है, उस लिहाज नाल असीं तुहानूं दस्सांगे इस वीडियो च कि किहड़ियां चीज़ां तुसीं जिहड़ियां ने अपने बैग च लैके जा सकदे हो और किहड़ियां तुहाडे वास्ते खतरनाक हो सकदियां ने। और बेहतर यह हुंदा है कि तुसीं जिस मुल्क भी सफ़र कर रहे हो ਤੁਸੀਂ ਉਸ ਮੁਲਕ ਦੇ ਕਸਟਮ ਵਾਲਿਆਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਦੇਖ ਲਓ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਨੂੰ ਇਸ ਮੁਲਕ 'ਚ ਲਿਆਉਣ 'ਤੇ ਪਾਬੰਦੀ ਹੈ। ਨਾਰਮਲੀ ਜਿਹੜੀਆਂ ਅਸੀਂ ਚੀਜ਼ਾਂ ਲੈ ਕੇ ਜਾ ਸਕਦੇ ਹਾਂ ਉਹਨਾਂ ਵਿੱਚ ਪਲਾਸਟਿਕ ਦੀਆਂ ਚਮਚਾਂ ਹੋ ਗਈਆਂ, ਪਲਾਸਟਿਕ ਦੇ ਕਾਂਟੇ ਹੋ ਗਏ, ਫੋਸਫੋਰਸ ਦੇ ਸਗੋਲੀਦਾਦ ਹੋ ਗਿਆ, ਗੋਲ ਪੁੰਤੇ ਵਾਲੀ छोटी कैंची होगी, नेल कटर हो गया, शेविंग मशीन होगी, सैल्फी वाली स्टिक होगी, इस तरह ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਲੈ ਕੇ ਜਾ ਸਕਦੇ ਹੋ। ਅਗਰ ਤੁਸੀਂ ਗੱਲ ਕਰੋ ਇਲੈਕਟ੍ਰੋਨਿਕਸ ਦੀ, ਤੁਸੀਂ ਆਪਣਾ ਕੰਪਿਊਟਰ ਲੈ ਕੇ ਜਾ ਸਕਦੇ ਹੋ, ਆਪਣਾ ਤੁਸੀਂ ਲੈਪਟਾਪ ਲੈ ਕੇ ਜਾ ਸਕਦੇ ਹੋ, ਰੇਡੀਓ ਲੈ ਕੇ ਜਾ ਸਕਦੇ ਹੋ, MP3 ਲੈ ਕੇ ਜਾ ਸਕਦੇ ਹੋ, ਜਿਹੜੇ ਬੱਚਿਆਂ ਦੇ ਖਿਡੌਣੇ ਹੁੰਦੇ ਨੇ ਜਿਹੜੇ ਇਲੈਕਟ੍ਰਿਕ ਉਹ ਲੈ ਕੇ ਜਾ ਸਕਦੇ ਹੋ। ਇਲੈਕਟ੍ਰਿਕ ਤੁਸੀਂ ਆਪਣਾ ਟੂਥਬ੍ਰਸ਼ ਲੈ ਕੇ ਜਾ ਸਕਦੇ ਹੋ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਲੈ ਕੇ ਜਾ ਸਕਦੇ ਹੋ। ਮਹਿੰਗੀ ਘੜੀਆਂ ਔਰ ਜ਼ੇਵਰ ਵਗੈਰਾ ਇਹਨੂੰ ਬੋਰਡਿੰਗ ਵਾਲੇ ਬੈਗ 'ਚ ਨਹੀਂ ਰੱਖਣਾ ਚਾਹੀਦਾ, ਇਹਨੂੰ ਆਪਣੇ ਹੈਂਡ ਕੈਰੀ 'ਚ ਰੱਖੋ। ਇਹ ਤੁਹਾਡੀ ਸਿਕਿਉਰਿਟੀ ਵਾਸਤੇ ਵੀ ਜ਼ਰੂਰੀ ਹੈ ਔਰ ਏਅਰਪੋਰਟ 'ਤੇ ਕੋਈ ਪ੍ਰੋਬਲਮ ਨਾ ਬਣੇ ਉਸ ਵਾਸਤੇ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਹਾਡਾ ਪਾਸਪੋਰਟ, ਵੀਜ਼ਾ, ਆਈਡੈਂਟੀਫਿਕੇਸ਼ਨ ਕਾਰਡ, ਬੈਂਕ ਕਾਰਡ, ਲਾਇਸੈਂਸ ਔਰ ਜਿਹੜੇ ਕੋਈ ਤੁਹਾਡੇ ਕੋਲ ਪੈਸੇ ਨੇ ਇਹ ਕੋਸ਼ਿਸ਼ ਕਰੋ ਕਿ ਛੋਟੇ ਜਿਹੇ ਬੈਗ 'ਚ ਜਿਹਦੇ ਨਾਲ ਛੋਟਾ ਬੈਲਟ ਲੱਗਣ ਦਾ ਜਿਹਨੂੰ ਤੁਸੀਂ ਕਮਰ ਦੇ ਨਾਲ ਬੰਨ੍ਹਦੇ ਹੋ ਇਹ ਉਹਦੇ 'ਚ ਰੱਖੋ ਹੈ ਤਾਂ ਕਿ ਜਦੋਂ ਤੁਸੀਂ ਡੈਸਟੀਨੇਸ਼ਨ ਮੁਲਕ 'ਚ ਪਹੁੰਚੋ ਅਤੇ ਤੁਸੀਂ ਇਮੀਡੀਏਟਮੈਂਟ 'ਤੇ ਜਿਹੜਾ ਉਸੇ ਟਾਈਮ ਉਹਨਾਂ ਨੂੰ ਕੱਢ ਕੇ ਵਿਖਾ ਸਕੋ ਹੈ। ਇਸ ਤੋਂ ਇਲਾਵਾ ਜਿਹੜੀਆਂ ਬਾਕੀ ਚੀਜ਼ਾਂ ਨੇ ਮਿਸਾਲ ਦੇ ਤੌਰ 'ਤੇ ਤੁਹਾਡੀ ਟਿਕਟ ਹੋ ਗਈ, ਟਾਈਮ ਟੇਬਲ ਹੋ ਗਿਆ ਟਿਕਟ ਦਾ, ਜਾਂ ਇਸ ਤਰ੍ਹਾਂ ਦੀਆਂ ਛੋਟੀਆਂ ਚੀਜ਼ਾਂ ਨੇ ਉਹ ਤੁਸੀਂ ਇੱਕ ਛੋਟੇ ਜਿਹੇ ਕਾਰਪੇਟ ਦੇ ਵਿੱਚ ਹੱਥ 'ਚ ਲੱਭ ਕੇ ਰੱਖੋ ਤਾਂ ਕਿ ਤੁਸੀਂ ਡਿਊਰਿੰਗ ਜਦੋਂ ਤੁਸੀਂ ਏਅਰਪੋਰਟ ਦੇ ਉੱਤੇ ਹੁੰਦੇ ਹੋ ਅਤੇ ਉਸ ਟਾਈਮ ਤੁਸੀਂ ਉਹਨਾਂ ਨੂੰ ਐਮਰਜੈਂਸੀ ਵਿਖਾ ਸਕੋ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਹੈਂਡ ਕੈਰੀ 'ਚ ਰੱਖਣਾ ਰਿਕਮੈਂਡਡ ਨਹੀਂ ਹੈ ਕਿਉਂਕਿ ਜਦੋਂ ਵੀ ਕੋਈ ਕੰਟਰੋਲ ਹੋਵੇਗਾ ਜਾਂ ਅਸੀਂ ਡੈਸਟੀਨੇਸ਼ਨ ਮੁਲਕ ਪਹੁੰਚਾਂਗੇ ਅਤੇ ਸਾਡਾ ਕਾਫੀ ਟਾਈਮ ਜ਼ਾਇਆ ਹੋਵੇਗਾ ਸਾਰੀਆਂ ਚੀਜ਼ਾਂ ਨੂੰ ਉਲਟ ਪੁਲਟ ਕਰਕੇ ਹੈਂਡ ਕੈਰੀ 'ਚੋਂ ਕੱਢਣਾ, ਹੈਂਡ ਬੈਗ 'ਚੋਂ ਕੱਢਣਾ ਹੈ। ਇਸ ਵਾਸਤੇ ਬਿਹਤਰ ਇਹ ਹੀ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕੋਸ਼ਿਸ਼ ਕਰੋ ਕਿ ਇਸ ਤਰ੍ਹਾਂ ਆਪਣੇ ਆਪ ਨੂੰ ਸਪੈਸ਼ਲ ਤਿਆਰ ਕਰਕੇ ਹਰ ਚੀਜ਼ ਨੂੰ ਲੈ ਕੇ ਜਾਓ ਹੈ। ਹਾਂ, ਇਸ ਤੋਂ ਬਾਅਦ ਸਵਾਲ ਪੈਦਾ ਹੁੰਦਾ ਕਿ ਕਿਆ ਅਸੀਂ ਖਾਣਾ ਔਰ ਦਵਾਈਆਂ ਲੈ ਕੇ ਜਾ ਸਕਦੇ ਹਾਂ। ਇਹ ਡਿਪੈਂਡ ਕਰਦਾ ਹੈ ਤੁਹਾਡੇ ਹੈਂਡ ਕੈਰੀ ਦਾ ਸਾਈਜ਼ ਔਰ ਉਸਦਾ ਵਜ਼ਨ ਕਿਤਨਾ ਹੈ ਵੇ। ਨਾਰਮਲ ਤੌਰ 'ਤੇ ਮੈਡੀਸਨ ਦਾ ਅਗਰ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਹੈ ਤਾਂ ਉਹਦਾ ਕੋਈ ਇਸ਼ੂ ਨਹੀਂ ਬਣਦਾ ਹੈ, ਲੇਕਿਨ ਖਾਣਾ ਜਿਹੜਾ ਇਹ ਨਾਰਮਲ ਤੌਰ 'ਤੇ ਤੁਹਾਨੂੰ ਇਹੋ ਜਿਹੇ ਡੱਬੇ 'ਚ ਬੰਦ ਹੋਣਾ ਚਾਹੀਦਾ ਜਿਹਦੀ ਕੋਈ ਖਾਸ ਸਮੈਲ ਨਾ ਆਵੇ ਹੈ ਕਿਉਂਕਿ ਯੂਰਪੀ ਯੂਨੀਅਨ ਦੇ ਲਾਅ ਦੇ ਮੁਤਾਬਕ ਕੋਈ ਵੀ ਖਾਣੇ ਜਿਹੜੇ ਜਿਨ੍ਹਾਂ 'ਚੋਂ ਸਮੈਲ ਆਉਂਦੀ ਹੈ ਉਹ ਤੁਸੀਂ ਲੈ ਕੇ ਨਹੀਂ ਜਾ ਸਕਦੇ ਕਿਉਂਕਿ ਉਹ ਸਮਝਦੇ ਨੇ ਕਿ ਇਹ ਬਿਮਾਰੀਆਂ ਦਾ ਬਾਇਸ ਬਣਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਪ੍ਰੋਡਕਟਸ ਨੇ, ਜਿਹੜੀਆਂ ਦੁੱਧ ਦੀਆਂ ਪ੍ਰੋਡਕਟਸ ਹੁੰਦੀਆਂ ਨੇ ਜਾਂ ਜਿਹੜੀਆਂ ਦੁੱਧ ਦੀ ਚੀਜ਼ਾਂ ਬਣੀਆਂ ਹੁੰਦੀਆਂ ਨੇ ਜਾਂ ਜਿਹੜੀਆਂ ਗੋਸ਼ਤ ਤੋਂ ਚੀਜ਼ਾਂ ਬਣੀਆਂ ਹੁੰਦੀਆਂ ਨੇ ਉਹਨਾਂ 'ਤੇ ਵੀ ਪਾਬੰਦੀ ਹੁੰਦੀ ਹੈ ਕਿ ਉਹ ਵੀ ਤੁਸੀਂ ਲੈ ਕੇ ਨਹੀਂ ਜਾ ਸਕਦੇ ਹੈ ਕਿਉਂਕਿ ਔਰ ਇਸ ਤੋਂ ਇਲਾਵਾ ਜਿਹੜਾ ਦੁੱਧ ਜਿਹੜਾ ਖੁਸ਼ਕ ਦੁੱਧ ਹੁੰਦਾ ਖਾਸ ਕਰਕੇ ਬੱਚੇ ਵਾਸਤੇ ਔਰ ਜਾਨਵਰਾਂ ਵਾਸਤੇ ਉਹ ਤੁਸੀਂ ਲੈ ਕੇ ਜਾ ਸਕਦੇ ਹੋ, ਲੇਕਿਨ ਉਹ ਵੀ ਇੱਕ ਮੈਕਸੀਮਮ 2 ਕਿਲੋ ਤੋਂ ਘੱਟ ਹੋਣਾ ਚਾਹੀਦਾ ਹੈ। ਇਹ ਜਿਹੜੇ ਕਾਨੂੰਨ ਨੇ ਨਾਰਮਲ ਯੂਰਪੀ ਯੂਨੀਅਨ ਦੇ ਕਾਨੂੰਨ ਨੇ, ਲੇਕਿਨ ਪੂਰੀ ਦੁਨੀਆ ਦੇ ਤਕਰੀਬਨ ਅਪਲਾਈ ਹੁੰਦੇ ਨੇ। ਥੋੜ੍ਹੀ ਬਹੁਤ ਹੇਠਾਂ ਉੱਤਾਂ ਗੱਲ ਹੋ ਸਕਦੀ ਹੈ। ਇਸ ਗੱਲੇ ਜਦੋਂ ਵੀ ਕਿਸੇ ਵੀ ਏਅਰਲਾਈਨ 'ਤੇ ਸਫ਼ਰ ਕਰੋ ਤਾਂ ਮੁਤਲਕਾ ਵੈਬਸਾਈਟ ਤੋਂ ਇੱਕ ਵਾਰੀ ਆਪਣੀ ਤਸੱਲੀ ਕਰ ਲਿਆ ਕਰੋ।
ਇਸ ਤੋਂ ਬਾਅਦ ਜਿਹੜੀਆਂ ਮੈਡੀਸਨ ਲਿਕੁਇਡ ਫਾਰਮ 'ਚ ਆਉਂਦੀਆਂ ਨੇ, ਜਿਸ ਤਰ੍ਹਾਂ ਇੰਸੂਲਿਨ ਹੋ ਗਈ, ਜੈਲ ਵਗੈਰਾ ਹੋ ਗਈਆਂ, ਅਤੇ ਇਹਨਾਂ ਵਾਸਤੇ ਜ਼ਰੂਰੀ ਹੁੰਦਾ ਹੈ ਯੂਰਪੀ ਯੂਨੀਅਨ 'ਚ ਅਗਰ ਤੁਸੀਂ ਸਫ਼ਰ ਕਰ ਰਹੇ ਹੋ ਅਤੇ ਤੁਹਾਡੇ ਕੋਲ ਉਸ ਮੁਤਲਕਾ ਡਾਕਟਰ ਦੀ ਰਸੀਦ ਹੋਵੇ, ਕਿਉਂਕਿ ਜਦੋਂ ਵੀ ਤੁਸੀਂ ਸਿਕਿਉਰਿਟੀ ਚੈਕਿੰਗ 'ਤੇ ਜਾਓਗੇ ਉਹ ਤੁਹਾਨੂੰ ਚੈੱਕ ਕਰਨਗੇ, ਉਹ ਤਸੱਲੀ ਕਰਨਗੇ ਕਿ ਵਾਕਈ ਤੁਹਾਡੇ ਵਾਸਤੇ ਮੈਡੀਸਨ ਨੇ ਔਰ ਤੁਸੀਂ ਇਸ ਨੂੰ ਕਿਸ ਚੀਜ਼ ਵਾਸਤੇ ਯੂਜ਼ ਕਰ ਰਹੇ ਹੋ, ਔਰ ਉਹਦੇ ਵਾਸਤੇ ਉਹ ਰਸੀਦ ਲਾਜ਼ਮੀ ਹੋਵੇਗੀ। ਉਸ ਤੋਂ ਬਾਅਦ ਜਿਹੜੀ ਦੂਜੀ ਚੀਜ਼ ਜਿਹੜੀ ਇੰਪੋਰਟੈਂਟ ਹੈ ਉਹ ਹੈ ਵੇ ਕਿ ਇਹ ਆਪਣੇ ਓਰੀਜਨਲ ਇੰਬਲਾਗ ਵਿੱਚ ਹੋਣ ਹੈ, ਯਾਨੀ ਕਿ ਤਾਂ ਕਿ ਉਹਦੇ ਵਾਸਤੇ ਕੋਈ ਮਸਲਾ ਨਾ ਬਣੇ ਹੈ। ਨਾਰਮਲੀ ਯੂਰਪੀ ਯੂਨੀਅਨ ਇਹਦੇ ਵਾਸਤੇ ਕੋਈ ਖਾਸ ਮਸਲਾ ਨਹੀਂ ਬਣਾਉਂਦੀ ਹੈ, ਲੇਕਿਨ ਇਹ ਵੇ ਕਿ ਤੁਸੀਂ ਜਦੋਂ ਵੀ ਸਫ਼ਰ ਕਰੋ ਅਤੇ ਤੁਸੀਂ ਮੁਤਲਕਾ ਏਅਰਲਾਈਨ ਤੋਂ ਚੈੱਕ ਕਰ ਲਓ ਕਿ ਜਿਹੜਾ ਤੁਹਾਡਾ ਡੈਸਟੀਨੇਸ਼ਨ ਮੁਲਕ ਹੈ ਉਹ ਇਹਦੇ ਵਾਸਤੇ ਕੋਈ ਪਾਬੰਦੀ ਤਾਂ ਨਹੀਂ ਉਹਨਾਂ ਵਾਸਤੇ ਹੈ, ਕਿਉਂਕਿ ਦੁਨੀਆ ਦੇ ਬਹੁਤ ਸਾਰੇ ਮੁਲਕ ਜਿਹੜੇ ਨੇ ਉਹ ਜਿਹੜੀ ਲਿਕੁਇਡ ਫਾਰਮ 'ਚ ਮੈਡੀਸਨ ਨੇ ਉਹਨਾਂ ਨੇ ਉਹਦੇ ਉੱਤੇ ਪਾਬੰਦੀ ਲਾਈ ਹੋਈ ਹੈ। ਮੈਡੀਸਨ ਤੋਂ ਇਲਾਵਾ ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਲਿਕੁਇਡ ਫਾਰਮ 'ਚ ਲੈ ਕੇ ਜਾ ਸਕਦੇ ਹੋ? ਮਿਸਾਲ ਤੌਰ 'ਤੇ ਜਿਸ ਤਰ੍ਹਾਂ ਪਾਣੀ ਹੋ ਗਿਆ, ਸ਼ੈਂਪੂ ਹੋ ਗਏ, ਟੂਥਪੇਸਟ ਹੋ ਗਈ, ਜੈਲ ਹੋ ਗਈ, ਪਰਫਿਊਮਸ ਵਗੈਰਾ ਹੋ ਗਈਆਂ ਹੈ, ਅਤੇ ਇਹਨਾਂ ਵਾਸਤੇ ਰੂਲ ਹੈ ਵੇ ਕਿ ਤੁਸੀਂ 100 ਮਿਲੀਲੀਟਰ ਜਿਹੜਾ ਹੈ ਉਹ ਲੈ ਕੇ ਜਾ ਸਕਦੇ ਹੋ ਪਰ ਹੈਡ, ਔਰ ਮੈਕਸੀਮਮ ਜਿਹੜਾ ਤੁਸੀਂ 1 ਕਿਲੋ ਤੱਕ, ਯਾਨੀ ਕਿ ਸਾਰੀਆਂ ਚੀਜ਼ਾਂ ਅਗਰ ਮਿਲਾਈਏ ਤੁਹਾਡੇ ਕੋਲ 10 ਚੀਜ਼ਾਂ ਨੇ ਅਤੇ 100 ਮਿਲੀਲੀਟਰ ਕਰਕੇ ਉਹ ਜਨਾਬ ਉਹ ਤੁਹਾਡਾ ਜਿਹੜਾ ਉਹ ਮਤਲਬ 1 ਲੀਟਰ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ। ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਤੁਸੀਂ ਵੱਖਰੇ ਪੈਕਟ 'ਚ ਰੱਖੋ ਤਾਂ ਕਿ ਜਦੋਂ ਵੀ ਕੋਈ ਸਿਕਿਉਰਿਟੀ ਕੰਟਰੋਲ ਹੋਵੇ ਤਾਂ ਉਹਨਾਂ ਨੂੰ ਅਲੱਗਾ ਚੈੱਕ ਕਰ ਲੈਣ ਹੈ। ਅਗਰ 100 ਮਿਲੀਲੀਟਰ ਤੋਂ ਕੋਈ ਚੀਜ਼ ਜ਼ਿਆਦਾ ਹੋਵੇ ਤਾਂ ਉਹ ਤੁਸੀਂ ਹੈਂਡ ਕੈਰੀ 'ਚ ਨਹੀਂ ਲੈ ਕੇ ਜਾ ਸਕਦੇ, ਉਹਦੇ ਵਾਸਤੇ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਜਿਸ ਟਾਈਮ ਬੋਰਡਿੰਗ ਕਰੋ ਤਾਂ ਆਪਣੇ ਬੈਗ ਦੇ ਵਿੱਚ ਰੱਖ ਕੇ ਲੈ ਕੇ ਜਾਓ ਹੈ। ਔਰ ਅਗਰ ਤੁਹਾਡੇ ਨਾਲ ਕੋਈ ਛੋਟਾ ਬੱਚਾ ਸਫ਼ਰ ਕਰ ਰਿਹਾ ਤਾਂ ਤੁਸੀਂ ਉਹਦੇ ਵਾਸਤੇ ਪਾਣੀ ਦੀ ਬੋਤਲ ਹੋ ਗਈ, ਜੂਸ ਹੋ ਗਿਆ, ਉਹਦੇ ਵਾਸਤੇ ਦੁੱਧ ਹੋ ਗਿਆ, ਉਹਦਾ ਫੀਡਰ ਹੋ ਗਿਆ, ਜਾਂ ਉਹਦੀ ਕੋਈ ਵੀ ਡਾਈਟ ਪ੍ਰੋਡਕਟਸ ਜਿਹੜਾ ਬੱਚਾ ਸ਼ੌਕ ਨਾਲ ਖਾਂਦਾ ਹੈ ਉਹਨੂੰ ਵੱਖਰੇ ਪੈਕਟ 'ਚ ਬੰਦ ਕਰਕੇ, ਇਸ ਤੋਂ ਇਲਾਵਾ ਉਹਦੇ ਤੁਸੀਂ ਪੈਂਪਰ ਔਰ ਉਹਦੇ ਜਿਹੜੇ ਗਿੱਲੇ ਟਿਸ਼ੂ ਨੇ ਤੋਆਜੀਤਾ ਸੂਮੇਦਾਸ ਉਹ ਵੀ ਲੈ ਕੇ ਜਾ ਸਕਦੇ ਹੋ। ਇਸ ਤੋਂ ਇਲਾਵਾ ਇੱਕ ਸਵਾਲ ਬੜਾ ਪੈਦਾ ਹੁੰਦਾ ਹੈ ਕਿ ਤੁਸੀਂ ਕਿੰਨਾ ਕੁ ਮੈਕਸੀਮਮ ਲਿਕੁਇਡ ਜਿਹੜਾ ਲੈ ਕੇ ਜਾ ਸਕਦੇ ਹੋ। ਨਾਰਮਲੀ ਤੌਰ 'ਤੇ ਜਿਹੜਾ ਵੀ ਲਿਕੁਇਡ ਤੁਸੀਂ ਸ਼ੋਪਸ ਵਗੈਰਾ ਤੋਂ, ਜਿਹੜਾ ਡਿਊਟੀ ਫਰੀ ਸ਼ੋਪਸ ਹੁੰਦੀਆਂ ਨੇ ਏਅਰਪੋਰਟ ਦੇ ਉੱਤੇ, ਅਗਰ ਤੁਸੀਂ ਉਹਨਾਂ ਤੋਂ ਕੋਈ ਚੀਜ਼ ਖਰੀਦੋਗੇ ਜਿਹੜੀ ਤੁਸੀਂ ਅੱਗੇ ਲੈ ਕੇ ਜਾਣੀ ਹੈ ਅਤੇ ਉਹ ਬਕਾਇਦਾ ਤੁਹਾਨੂੰ ਬੋਲਸ ਦੇ ਵਿੱਚ ਪੈਕ ਕਰਕੇ ਨਾਲ ਉਹਦਾ ਤੁਹਾਨੂੰ ਫਕਤੂਰਾ ਦੇਣਗੇ ਹੈ, ਉਹ ਤੁਸੀਂ ਉਦੋਂ ਤੱਕ ਨਹੀਂ ਖੋਲ੍ਹ ਸਕਦੇ ਹੈ ਜਦੋਂ ਤੱਕ ਤੁਸੀਂ ਮੁਤਲਕਾ ਡੈਸਟੀਨੇਸ਼ਨ ਕੰਟਰੀ 'ਤੇ ਆਪਣੇ ਤੇ ਏਅਰਪੋਰਟ ਤੋਂ ਬਾਹਰ ਨਿਕਲ ਨਹੀਂ ਜਾਂਦੇ ਹੈ। ਅਗਰ ਤੁਹਾਡਾ ਕੋਈ ਰਾਹ 'ਚ ਸਕਾਲਾ ਹੈ, ਰਾਹ 'ਚ ਕੋਈ ਬੋਰਡਿੰਗ ਹੈ, ਰਾਹ 'ਚ ਕਿਸੇ ਏਅਰਪੋਰਟ 'ਤੇ ਤੁਸੀਂ ਰੁਕਣਾ ਤਾਂ ਤੁਸੀਂ ਉੱਥੇ ਵੀ ਉਸ ਨੂੰ ਨਹੀਂ ਖੋਲ੍ਹ ਸਕਦੇ, ਔਰ ਮੁਤਲਕਾ ਸਿਕਿਉਰਿਟੀ ਹੁਕਾਮ ਨੂੰ ਤੁਸੀਂ ਉਹ ਫਕਤੂਰੇ ਦੇ ਨਾਲ ਤੁਸੀਂ ਦਿਖਾਉਣਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸਵਾਲ ਪੈਦਾ ਹੁੰਦਾ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਬੈਗ 'ਚ ਲੈ ਕੇ ਨਹੀਂ ਜਾ ਸਕਦੇ। ਇਸ ਵਾਸਤੇ ਬਿਹਤਰ ਤਾਂ ਇਹ ਹੀ ਹੁੰਦਾ ਕਿ ਤੁਸੀਂ ਮੁਤਲਕਾ ਜਿਹੜੀ ਕੰਪਨੀ ਹੁੰਦੀ ਹੈ, ਫਜ਼ਾਈ ਕੰਪਨੀ, ਉਸ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਚੈੱਕ ਕਰ ਲਓ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਲੈ ਕੇ ਨਹੀਂ ਜਾ ਸਕਦੇ ਆ। ਲੇਕਿਨ ਜਿਹੜੀਆਂ ਨਾਰਮਲ ਕਮੋਨ ਨੇ, ਜਿਹੜੀਆਂ ਨਾਰਮਲ ਜਨਰਲ ਚੀਜ਼ਾਂ ਨੇ ਉਹ ਅਸੀਂ ਗੱਲ ਕਰਨੇ ਆ। ਨਾਰਮਲ ਜਨਰਲ ਚੀਜ਼ਾਂ ਜਿਹੜੀਆਂ ਨੇ ਉਹ ਇਹ ਨੇ ਕਿ ਤੁਸੀਂ ਇਹਦੇ ਵਾਸਤੇ ਤੁਸੀਂ ਥੋੜੀ ਨਹੀਂ ਲੈ ਕੇ ਜਾ ਸਕਦੇ ਹੈ, ਤੁਸੀਂ ਪੇਚਕਸ ਨਹੀਂ ਲੈ ਕੇ ਜਾ ਸਕਦੇ, ਰੈਂਚ, ਪਲਾਸ ਵਗੈਰਾ ਇਹ ਤੁਸੀਂ ਹੈਂਡ ਕੈਰੀ 'ਚ ਨਹੀਂ ਲੈ ਕੇ ਜਾ ਸਕਦੇ, ਇਹਦੇ ਵਾਸਤੇ ਤੁਹਾਨੂੰ ਬੋਰਡਿੰਗ ਕਰਾਉਣੀ ਪਵੇਗੀ ਹੈ। ਇਸ ਤੋਂ ਇਲਾਵਾ ਤੁਸੀਂ ਜਿਹੜੀਆਂ ਪ੍ਰੋਡਕਟਸ ਨੇ ਘਰ ਸਾਫ਼ ਕਰਨ ਵਾਲੀਆਂ, ਜਿਸ ਤਰ੍ਹਾਂ ਜਿਹੜੀਆਂ ਆਉਂਦੀਆਂ ਜਿਸ ਤਰ੍ਹਾਂ KH7 ਵਗੈਰਾ ਆ ਗਿਆ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਤੁਸੀਂ, ਜਾਂ ਲਿਖੀਆ ਵਗੈਰਾ ਕੋਈ ਲੈ ਕੇ ਜਾਂਦੇ ਨੇ ਬੰਦੇ ਕੋਈ ਫਾਇਰੀ ਵਗੈਰਾ, ਇਹ ਵੀ ਤੁਸੀਂ ਲੈ ਕੇ ਨਹੀਂ ਜਾ ਸਕਦੇ ਹੈ। ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਨੇ ਤੁਸੀਂ ਬੱਚਿਆਂ ਦੇ ਖੇਡਣ ਵਾਲੀਆਂ ਜਿਹੜੀਆਂ 4RM ਵਾਲੀਆਂ ਚੀਜ਼ਾਂ ਨੇ ਉਹ ਵੀ ਨਹੀਂ ਤੁਸੀਂ ਲੈ ਕੇ ਜਾ ਸਕਦੇ ਹੈ। ਤੁਸੀਂ ਜਿਹੜੇ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਓਰੀਜਨਲ ਲੱਗਦੀਆਂ ਨੇ, ਖਤਰਨਾਕ ਚੀਜ਼ਾਂ ਹੁੰਦੀਆਂ ਲੇਕਿਨ ਹੁੰਦੀਆਂ ਫੇਕ ਨੇ ਲੇਕਿਨ ਓਰੀਜਨਲ ਲੱਗਦੀਆਂ ਨੇ, ਉਹ ਵੀ ਤੁਸੀਂ ਨਹੀਂ ਲੈ ਕੇ ਜਾ ਸਕਦੇ ਹੈ। ਇਸ ਤੋਂ ਇਲਾਵਾ ਤੁਸੀਂ ਛੁਰੀ ਨਹੀਂ ਲੈ ਕੇ ਜਾ ਸਕਦੇ ਹੈ, ਤੁਸੀਂ ਕਟਰ ਨਹੀਂ ਲੈ ਕੇ ਜਾ ਸਕਦੇ ਹੈ, ਤੁਸੀਂ ਕੈਂਚੀ ਨਹੀਂ ਲੈ ਕੇ ਜਾ ਸਕਦੇ ਹੈ। ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਖਤਰਨਾਕ ਨੇ ਉਹ ਤੁਸੀਂ ਲੈ ਕੇ ਨਹੀਂ ਜਾ ਸਕਦੇ ਹੈ। ਜਿਉਂਦੇ ਵਸਦੇ ਰਹੋ। ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰਿਓ, ਸਬਸਕ੍ਰਾइब ਕਰਿਓ, कमेंट 'ਚ ਦੱਸਿਓ ਹੈ कैसी वीडियो बनी। बहुत शुक्रिया। अल्लाह हाफिज़, फ़ी अमान अल्लाह, टेक केयर, अल्लाह हाफिज़।